ਇਹਨਾਂ ਸਰਕਾਰਾਂ ਤੋਂ ਆਸ ਖਤਮ ਕਰਕੇ ਇੱਕ ਲੋਕਾਂ ਤੇ ਆਸ ਛੱਡ ਕੇ ਜਿਹੜਾ ਮੋਰਚਾ ਸ਼ੁਰੂ ਕੀਤਾ ਹੈ। ਜਪ ਕਰਦਿਆਂ ਸਿੰਘਾਂ ਤੇ ਗੋਲੀਆਂ ਚਲਾਈਆਂ ਤੇ ਉਹ ਵੀ ਕਿੰਨਾਂ ਨੇ ਜਿਨ੍ਹਾਂ ਦੇ ਨਾਂ ਅੱਜ ਸਾਰਿਆਂ ਨੂੰ ਪਤਾ ਹੈ। ਜਾਂਚਾਂ ਹੋ ਗਈਆਂ, ਪੁਲਿਸ ਅਧਿਕਾਰੀਆਂ ਦੇ ਨਾਂ ਆ ਗਏ ਆ ਵੀ ਇਹਨਾਂ ਨੇ ਗੋਲੀਆਂ ਚਲਾਈਆਂ, ਇਹਨਾਂ ਨੇ ਹੁਕਮ ਕੀਤੇ ਆ, ਤਾਂ ਉਹਨਾਂ ਨੂੰ ਫਿਰ ਵੀ ਸਜ਼ਾ ਨਹੀਂ ਮਿਲ ਰਹੀਆਂ। ਕਿ 2 ਸੀਐਮ ਬਦਲ ਗਏ ਆ, ਪਹਿਲਾਂ ਵੀ ਸੀਐਮ ਇਸ ਚੀਜ਼ 'ਚ ਬਣਿਆ, ਦੂਸਰਾ ਸੀਐਮ ਵੀ ਇਸੇ ਨੂੰ ਪ੍ਰਧਾਨ ਇਸ ਇਸ਼ੂ ਨੂੰ ਲੈ ਕੇ ਨਿਕਲਿਆ ਕਾਂਗਰਸ ਦਾ ਨਵਾਂ। ਤੇ ਦੂਸਰੇ ਪਾਸੇ ਜਿਹੜੇ ਅਧਿਕਾਰੀ ਕਹਿੰਦੇ ਸੀ ਵੀ ਸਾਡੇ ਕੋਲੇ ਕੁਝ ਕੁ ਘੰਟਿਆਂ ਤੱਕ ਪਾਵਰਾਂ ਆ ਜਾਣ, ਉਹਨਾਂ ਕੋਲੇ ਅੱਜ ਮਹੀਨਿਆਂ ਬੱਧੀ ਪਾਵਰਾਂ ਆ ਗਈਆਂ ਤਾਂ ਉਹ ਵੀ ਕੁਝ ਨਹੀਂ ਕਰ ਸਕੇ। ਜਿੰਦਰ ਸਿੰਘ ਰੰਧਾਵਾ ਕਹਿ ਕੇ ਗਏ ਸੀ ਕਿ ਇਹ ਤਾਂ ਕੈਪਟਨ ਨਹੀਂ ਕੁਝ ਕਰਦਾ, ਸਾਡੇ ਕੋਲੇ ਘੰਟਿਆਂ 'ਚ ਪਾਵਰ ਆ ਜੇ ਅਸੀਂ ਕਰ ਦੇਂਗੇ। ਅੱਜ ਗ੍ਰਹਿ ਮੰਤਰੀ ਵੀ ਆ, ਅੱਜ ਡਿਪਟੀ ਸੀਐਮ ਵੀ ਆ, 2-2 3-3 ਵਾਹਿਗੁਰੂ ਨੇ ਉਹਨਾਂ ਨੂੰ ਜਿਹੜੀਆਂ ਅਹੁਦੇਦਾਰੀਆਂ ਬਖਸ਼ਤੀਆਂ ਤੇ ਉਹਨਾਂ 'ਚੋਂ ਕੁਝ ਨਹੀਂ ਕਰ ਰਹੇ। ਤਾਂ ਇਹ ਤਾਂ ਸਾਫ਼ ਜ਼ਾਹਿਰ ਹੁੰਦਾ ਕਿ ਉਹ ਬੇਅਦਬੀ ਉਹਨਾਂ ਲਈ ਮੁੱਦਾ ਹੀ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਤੇ ਉਸ ਤੋਂ ਬਾਅਦ ਦੀ ਗੱਲਬਾਤ ਕੀਤੀ ਜਾਵੇ ਤਾਂ ਇੱਕ ਗੋਲੀकांड ਵਾਪਰਦਾ ਹੈ ਜਿਸ ਵਿੱਚ 2 ਕੀਮਤੀ ਜਾਨਾਂ ਚਲੀ ਜਾਂਦੀਆਂ ਨੇ। ਸੰਗਤ ਇਨਸਾਫ ਦੀ ਮੰਗ ਕਰਦੀ ਹੈ ਅਤੇ ਇਨਸਾਫ ਨਹੀਂ ਮਿਲਦਾ। ਕਈ SITs ਬੈਠਦੀਆਂ ਨੇ ਅਤੇ ਕਈ ਕਮਿਸ਼ਨ ਆਉਂਦੇ ਨੇ, ਪਰ ਇਨਸਾਫ ਦੀ ਜਿਹੜੀ ਰਸਤਾ ਹੈ ਉਹ ਹੁਣ ਤੱਕ ਵੀ ਮੰਜ਼ਿਲ ਤੱਕ ਨਹੀਂ ਪਹੁੰਚਿਆ ਹੈ। ਮੁੜ ਤੋਂ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਵੱਡੇ ਮੋਰਚੇ ਲੱਗੇ ਅਤੇ ਇਸ ਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਨੂੰ ਖੁਦ ਸਾਹਮਣੇ ਆਉਣਾ ਪਿਆ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ, ਬਾਈਬਲ ਦੀਆਂ ਤਸਵੀਰਾਂ ਨੇ, ਬਰਗਾੜੇ ਦੇ ਨਾਲ ਹੀ ਲੱਗਦਾ ਜਿੱਥੇ ਦੀ ਮੋੜ ਦੀਆਂ ਤਸਵੀਰਾਂ ਨੇ, ਜਿੱਥੇ ਕਿ ਇਸ ਵਕਤ ਮੋਰਚਾ ਜਿਹੜਾ ਹੈਗਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਸਰਾਵਾ ਜੋ ਸੀਗੇ, ਇਹਨਾਂ ਦੋਨਾਂ ਦੀ ਗੋਲੀकांड ਦੌਰਾਨ ਮੌਤ ਹੋਈ ਸੀਗੇ। 2 ਕੀਮਤੀ ਜਾਨਾਂ ਗਈਆਂ ਸੀਗੀਆਂ ਅਤੇ ਪਰਿਵਾਰ ਨੂੰ ਇੱਥੇ ਬੈਠਣਾ ਪਿਆ ਹੈ ਕਿਉਂਕਿ ਸਰਕਾਰਾਂ ਤੋਂ ਇਨਸਾਫ ਮੰਗਦੇ ਇਹ ਲੋਕ ਥੱਕ ਚੁੱਕੇ ਨੇ। ਪਰ ਇਹਨਾਂ ਨੂੰ ਪੰਜਾਬ ਸਰਕਾਰ ਨੇ ਅੱਗੇ ਹੋ ਕੇ ਮੁਸੀਬਤਾਂ ਨਾਲ ਜੂਝ ਰਹੇ ਕਿਸਾਨਾਂ ਦੀ ਬਾਂਹ ਫੜੀ ਹੈ। ਮਾਲਵਾ ਬੈਲਟ ਵਿੱਚ ਇਸ ਸਾਲ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਨੇ ਅਜਿਹਾ ਹਮਲਾ ਕੀਤਾ ਕਿ ਕਿਸਾਨਾਂ ਨੂੰ ਅੰਦਰ ਤੱਕ ਤੋੜ ਕੇ ਰੱਖ ਦਿੱਤਾ। ਪਰ ਪੰਜਾਬ ਸਰਕਾਰ ਦੇ ਮੁਆਵਜ਼ੇ ਨੇ ਇਹਨਾਂ ਜ਼ਖਮਾਂ ਦੇ ਉੱਪਰ ਮਲਮ ਲਗਾਈ ਹੈ। ਕਿਸਾਨਾਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸਰਕਾਰ ਇਸ ਕੁਦਰਤੀ ਮਾਰ ਲਈ ਕਿਸਾਨਾਂ ਨੂੰ 17,000 ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇ ਰਹੀ ਹੈ। ਇਹਨਾਂ ਦੇ ਵਿੱਚ ਗੁਲਾਬੀ ਸੁੰਡੀ ਜਿਹੜੀ ਬਠਿੰਡਾ ਏਰੀਆ 'ਚ ਪਈ ਹੈ, ਸੋ ਜਿਹੜਾ 12,000 ਦਾ ਪਹਿਲਾ ਮੁਆਵਜ਼ਾ ਗਿਆ ਹੈ ਕਿਸਾਨਾਂ ਨੂੰ, ਹੁਣ ਅਸੀਂ ਕੁੱਲ 17,000 ਰੁਪਇਆ ਜਿਨ੍ਹਾਂ ਦਾ 75% ਤੋਂ ਵੱਧ ਨੁਕਸਾਨ ਹੋ ਗਿਆ, ਜਿਹਨੂੰ 100% ਮੰਨਿਆ ਜਾਂਦਾ ਹੈ, ਉਹਨਾਂ ਨੂੰ 17,000 ਰੁਪਇਆ 12,000 ਦੀ ਬਜਾਏ 17,000 ਰੁਪਇਆ ਕੁੱਲ ਹੈ ਜਿਹੜਾ ਉਹ ਮੁਆਵਜ਼ਾ ਦੇਵਾਂਗੇ। ਤੇ ਨਾਲ ਨਾਲ ਜਿਹੜਾ ਮਜ਼ਦੂਰ ਨਰਮੇ ਨੂੰ ਚੁਗਦਾ ਹੈ ਉਹਨਾਂ ਨੂੰ ਵੀ 10% ਮੁਆਵਜ਼ਾ ਜਿਹੜਾ ਸਰਕਾਰ ਦੇਗੀ, ਜਿਹੜਾ ਕਿ ਅਸੀਂ DCਆਂ ਦੇ ਦਫ਼ਤਰਾਂ ਦੇ ਵਿੱਚ ਪੈਸੇ ਭੇਜ ਦਿੱਤੇ। ਇਸ ਵੱਡੇ ਮਸਲੇ ਦੇ ਹੱਲ ਤੋਂ ਬਾਅਦ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਨੇ। ਪੰਜਾਬ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਸਰਕਾਰ। ਇਨਸਾਫ ਨਹੀਂ ਮਿਲਿਆ। ਹਰ ਵਾਰ ਸਿਆਸੀ ਮੁੱਦਾ ਜ਼ਰੂਰ ਬਣਦਾ ਹੈ ਅਤੇ ਹਰ ਇੱਕ ਪਾਰਟੀ ਆਪਣੀ ਸਿਰਫ ਰਾਜਨੀਤਿਕ ਰੋਟੀਆਂ ਸੇਕਦੀ ਹੀ ਨਜ਼ਰ ਆਈ ਹੈ। ਸੁਖਰਾਜ ਜੀ ਨਾਲ ਗੱਲਬਾਤ ਕਰਦੇ। ਸੁਖਰਾਜ ਜੀ, ਹੁਣ ਮੋਰਚਾ ਸ਼ੁਰੂ ਕੀਤਾ ਗਿਆ ਹੈ, ਕੀ ਕੁਝ ਸੋਚਿਆ ਹੁਣ ਮੋਰਚੇ ਵਿੱਚ ਕੀ ਕੁਝ ਕਰਨਾ ਹੈ? ਕਿਉਂਕਿ ਬਹੁਤ ਸਾਰੇ ਸਵਾਲਾਤ ਹੋਣੇ ਮਨ ਦੇ ਵਿੱਚ, ਬਹੁਤ ਸਾਰੇ ਜਵਾਬਾਂ ਦੀ ਉਡੀਕ ਹੋਣੀ। ਬਿਲਕੁਲ ਬਾਈ ਜੀ, 6 ਸਾਲ ਦਾ ਲੰਮਾ ਸਮਾਂ ਬੀਤਣ ਤੋਂ ਬਾਅਦ ਇਹਨਾਂ ਸਰਕਾਰਾਂ ਤੋਂ ਇਨਸਾਫ ਦੀ ਆਸ ਰੱਖਦਿਆਂ 6 ਸਾਲ ਹੋ ਗਏ। ਇਹਨਾਂ ਕੋਰਟ ਕਚਹਿਰੀਆਂ ਦੇ ਧੱਕੇ ਖਾਂਦਿਆਂ ਨੂੰ 6 ਸਾਲ ਹੋ ਗਏ ਆ। ਅੱਜ ਇਹਨਾਂ ਸਰਕਾਰਾਂ ਤੋਂ ਆਸ ਖਤਮ ਕਰਕੇ ਇੱਕ ਲੋਕਾਂ ਤੇ ਆਸ ਛੱਡ ਕੇ ਜਿਹੜਾ ਮੋਰਚਾ ਸ਼ੁਰੂ ਕੀਤਾ ਹੈ ਕਿ ਲੋਕ ਹੀ ਇਨਸਾਫ ਦਿਵਾਉਣਗੇ। ਜਿਵੇਂ ਲੋਕਾਂ ਨੇ ਦਿੱਲੀ ਦੇ ਵਿੱਚ 1 ਸਾਲ ਦੇ ਲਈ ਏਕਾ ਰੱਖਿਆ, ਤਾਂ ਅਸੀਂ ਇੱਕ ਸੈਂਟਰ ਦੀ ਸਰਕਾਰ ਤੋਂ ਜਿਹੜੇ ਉਹ ਮਾੜੇ ਕਾਨੂੰਨ ਆਏ ਸੀ ਪੰਜਾਬ ਦੇ ਲਈ ਉਹ ਵਾਪਸ ਕਰਾਏ ਆ। ਉਸੇ ਤਰ੍ਹਾਂ ਹੀ ਇਹ ਤਾਂ ਇੱਕ ਸਟੇਟ ਦੀ ਸਰਕਾਰ ਹੈ ਤੇ ਸਾਡੇ ਗੁਰੂ ਦੀ ਬੇਅਦਬੀ ਆ। ਜਪ ਕਰਦਿਆਂ ਸਿੰਘਾਂ ਤੇ ਗੋਲੀਆਂ ਚਲਾਈਆਂ ਤੇ ਉਹ ਵੀ ਕਿੰਨਾਂ ਨੇ ਜਿਨ੍ਹਾਂ ਦੇ ਨਾਂ ਅੱਜ ਸਾਰਿਆਂ ਨੂੰ ਪਤਾ ਹੈ। ਜਾਂਚਾਂ ਹੋ ਗਈਆਂ, ਪੁਲਿਸ ਅਧਿਕਾਰੀਆਂ ਦੇ ਨਾਂ ਆ ਗਏ ਆ ਵੀ ਇਹਨਾਂ ਨੇ ਗੋਲੀਆਂ ਚਲਾਈਆਂ, ਇਹਨਾਂ ਨੇ ਹੁਕਮ ਕੀਤੇ ਆ, ਤਾਂ ਉਹਨਾਂ ਨੂੰ ਫਿਰ ਵੀ ਸਜ਼ਾ ਨਹੀਂ ਮਿਲ ਰਹੀਆਂ। ਉਹਨਾਂ ਨੂੰ ਨੌਕਰੀਆਂ ਤੇ ਬਹਾਲ ਕੀਤਾ ਜਾ ਰਿਹਾ। ਸੋ ਉਹਦੇ ਲਈ ਸਾਨੂੰ ਲੋਕਾਂ ਨੂੰ ਆਵਾਜ਼ ਮਾਰੀ ਆ ਕਿ ਆਪਾਂ ਇਕੱਠੇ ਹੋਈਏ ਤਾਂ ਇਹ ਸਰਕਾਰਾਂ ਇਸ ਵਿਸ਼ੇ ਤੇ ਬਣੀਆਂ ਤਾਂ ਉਹਨਾਂ ਸਰਕਾਰਾਂ ਨੂੰ ਪਤਾ ਲੱਗ ਸਕੇ ਕਿ ਲੋਕਾਂ ਦਾ ਅੱਜ ਵੀ ਦਰਦ ਉੱਡਾ ਹੀ ਹੈ। ਪਿਛਲੀ ਸਰਕਾਰ ਦੀ ਗੱਲ ਕਰੀਏ ਤਾਂ
ਇਸ ਮੁੱਦੇ ਤੇ ਸਰਕਾਰ ਬਣੀ ਸੀਗੀ ਅਤੇ ਕਿਹਾ ਜਾ ਰਿਹਾ ਸੀਗਾ ਕਿ ਜਿਹਨਾਂ ਰਾਜਨੀਤੀ ਕੀਤੀ ਉਹ ਲੋਕ ਵੀ ਨਹੀਂ ਰਹੇ। ਤੇ ਹੁਣ ਬਾਅਦ ਦੀ ਗੱਲ ਕਰੀਏ ਤਾਂ ਹੁਣ ਸਰਕਾਰ ਚੱਲ ਰਹੀ ਹੈਗੀ ਹੈ, ਕਿਤੇ ਉਮੀਦ ਲੱਗਦੀ ਹੈ ਕਿਉਂਕਿ ਸਮਾਂ ਬਹੁਤ ਥੋੜਾ ਰਹਿ ਗਿਆ ਹੈ। ਦਾਅਵੇ ਹਾਲਾਂਕਿ ਕਾਂਗਰਸ ਪਾਰਟੀ ਵੱਲ ਪਹਿਲੇ ਵੀ ਕੀਤੇ ਗਏ ਸੀਗੇ ਕਿ ਬਹੁਤ ਜਲਦੀ ਅਸੀਂ ਇਨਸਾਫ ਦਿਵਾਵਾਂਗੇ। ਬਿਲਕੁਲ ਬਾਈ, ਜਦੋਂ ਸਰਕਾਰ ਹੀ ਇਸ ਵਿਸ਼ੇ ਨੂੰ ਲੈ ਕੇ ਬਣ ਗਈ ਆ ਫਿਰ ਸਾਰੀਆਂ ਗੱਲਾਂ ਪਿੱਛੇ ਰਹਿ ਜਾਂਦੀਆਂ। ਲੋਕਾਂ ਨੇ ਉਹਨਾਂ ਨੂੰ ਇਸ ਇਨਸਾਫ ਦੇ ਲਈ ਉਹਨਾਂ ਨੇ ਹੋਂਦ ਦੇ ਵਿੱਚ ਲੈ ਕੇ ਆਂਦਾ ਸੀ ਤੇ ਅੱਜ ਉਹ ਇਸ ਤੋਂ ਭੱਜਦੇ ਨਜ਼ਰ ਆਏ ਆ ਕਿ 2 ਸੀਐਮ ਬਦਲ ਗਏ ਆ। ਪਹਿਲਾਂ ਵੀ ਸੀਐਮ ਇਸ ਚੀਜ਼ 'ਚ ਬਣਿਆ, ਦੂਸਰਾ ਸੀਐਮ ਵੀ ਇਸੇ ਨੂੰ ਪ੍ਰਧਾਨ ਇਸ ਇਸ਼ੂ ਨੂੰ ਲੈ ਕੇ ਨਿਕਲਿਆ ਕਾਂਗਰਸ ਦਾ ਨਵਾਂ। ਤੇ ਦੂਸਰੇ ਪਾਸੇ ਜਿਹੜੇ ਅਧਿਕਾਰੀ ਕਹਿੰਦੇ ਸੀ ਵੀ ਸਾਡੇ ਕੋਲੇ ਕੁਝ ਕੁ ਘੰਟਿਆਂ ਤੱਕ ਪਾਵਰਾਂ ਆ ਜਾਣ, ਉਹਨਾਂ ਕੋਲੇ ਅੱਜ ਮਹੀਨਿਆਂ ਬੱਧੀ ਪਾਵਰਾਂ ਆ ਗਈਆਂ ਤਾਂ ਉਹ ਵੀ ਕੁਝ ਨਹੀਂ ਕਰ ਸਕੇ। ਉਹ ਵੀ ਅੱਜ ਕੁਝ ਨਹੀਂ ਕਰ ਰਹੇ। ਉਹ ਵੀ ਬਿਆਨ ਹੀ ਦੇਣ ਸੀ। ਸੁਖਜਿੰਦਰ ਸਿੰਘ ਰੰਧਾਵਾ ਕਹਿ ਕੇ ਗਏ ਸੀ ਕਿ ਇਹ ਤਾਂ ਕੈਪਟਨ ਨਹੀਂ ਕੁਝ ਕਰਦਾ, ਸਾਡੇ ਕੋਲੇ ਘੰਟਿਆਂ 'ਚ ਪਾਵਰ ਆ ਜੇ ਅਸੀਂ ਕਰ ਦੇਂਗੇ। ਅੱਜ ਗ੍ਰਹਿ ਮੰਤਰੀ ਵੀ ਆ, ਅੱਜ ਡਿਪਟੀ ਸੀਐਮ ਵੀ ਆ, 2-2 3-3 ਵਾਹਿਗੁਰੂ ਨੇ ਉਹਨਾਂ ਨੂੰ ਜਿਹੜੀਆਂ ਅਹੁਦੇਦਾਰੀਆਂ ਬਖਸ਼ਤੀਆਂ ਤੇ ਉਹਨਾਂ 'ਚੋਂ ਕੁਝ ਨਹੀਂ ਕਰ ਰਹੇ। ਤਾਂ ਇਹ ਤਾਂ ਸਾਫ਼ ਜ਼ਾਹਿਰ ਹੁੰਦਾ ਕਿ ਉਹ ਬੇਅਦਬੀ ਉਹਨਾਂ ਲਈ ਮੁੱਦਾ ਹੀ ਆ, ਉਹਨਾਂ ਲਈ ਦਰਦ ਨਹੀਂ ਆ। ਸਾਨੂੰ ਪਤਾ 6 ਸਾਲ ਦੇ ਅਸੀਂ ਕੋਰਟ ਕਚਹਿਰੀਆਂ ਦੇ ਧੱਕੇ ਖਾ ਰਹੇ ਹਾਂ, ਉਹੀ ਤੁਹਾਡੀ ਸਰਕਾਰ ਦੀ ਘੁੰਮਣ ਘੇਰੀਆਂ ਦੇ ਚੱਕਰਾਂ 'ਚ, ਉਹੀ ਤੁਹਾਡੇ ਸਰਕਾਰ ਦੇ ਨਿਕੰਮੇ ਕੰਮ ਕਰਕੇ ਸਾਨੂੰ ਆਪਣੇ ਘਰ-ਬਾਰ ਛੱਡ ਕੇ ਅੱਜ ਇੱਥੇ ਸੜਕ ਤੇ ਬੈਠਣਾ ਪੈ ਰਿਹਾ ਕਿ ਤੁਸੀਂ ਇਨਸਾਫ ਨਹੀਂ ਦਿੱਤਾ। ਤੇ ਅੱਜ ਅਸੀਂ ਉਹਨਾਂ ਲੋਕਾਂ ਤੇ ਗੱਲ ਸਿੱਟੀ ਆ ਜਿਹੜੀ ਪੰਜਾਬ ਦੀ ਸਮੁੱਚੀ ਇਨਸਾਫ ਪਸੰਦ ਕੌਮ ਹੈ, ਗੁਰੂ ਦੀ ਬੇਅਦਬੀ ਲਈ ਲੜੇ, ਸਾਡਾ ਸਾਥ ਦੇਵੇ, ਅਸੀਂ ਇਕੱਠੇ ਹੋਈਏ ਤਾਂ ਇਹਨਾਂ ਸਰਕਾਰਾਂ ਤੋਂ ਇਨਸਾਫ ਲੈ ਸਕੀਏ। ਉਹ ਸਮਾਂ ਸੀਗਾ ਜਦੋਂ तमाम ਲੋਕ ਇਕੱਠਾ ਹੋ ਗਏ ਸੀਗੇ, ਵੱਡਾ ਮਾਰਚ ਨਿਕਲਿਆ ਸੀਗਾ ਇੱਥੋਂ ਦੀ। ਉਦੋਂ ਲੱਗਦਾ ਸੀਗਾ ਕਿ ਸਭ ਕੁਝ ਜਿੱਤ ਲਿਆ, ਸਭ ਕੁਝ ਇਨਸਾਫ ਮਿਲ ਗਿਆ, ਸਭ ਕੁਝ ਹੱਕ 'ਚ ਆ ਗਿਆ, ਬਰਗਾੜੀ ਮੋਰਚੇ ਦੀ ਪ੍ਰਾਪਤੀਆਂ ਰਹੀਆਂ ਨੇ। ਪਰ ਉਸ ਤੋਂ ਬਾਅਦ ਸਥਿਤੀ ਜਿਹੜੀ ਹੈਗੀ ਉਹ ਬਦਲੀ ਤੁਹਾਡੇ ਸਾਹਮਣੇ ਹੈ। ਹੁਣ ਕਿਸ ਤਰੀਕੇ ਦੀ ਅਪੀਲ ਹੈ ਕਿ ਉਸੇ ਤਰੀਕੇ ਦਾ ਕੁਝ ਚਾਹੀਦਾ ਤੁਹਾਨੂੰ, ਜਿਸ ਤਰੀਕੇ ਨਾਲ ਅੰਦੋਲਨ ਚੱਲਿਆ, ਜਿਸ ਤਰੀਕੇ ਨਾਲ ਸੰਗਤ ਉਸੇ ਤਰੀਕੇ ਨਾਲ ਇਕੱਠਾ ਹੋਏ? ਬਿਲਕੁਲ ਬਾਈ ਜੀ, ਹੋਣਾ ਪਊਗਾ। ਜੇ ਅੱਜ ਅਸੀਂ ਆਪਣੇ ਗ੍ਰੰਥ ਲਈ ਨਾ ਲੜ ਸਕੇ, ਪੰਥ ਲਈ ਨਾ ਲੜ ਸਕੇ ਤੇ ਆਉਣ ਵਾਲੀਆਂ ਨਸਲਾਂ ਨੂੰ ਕੀ ਜਵਾਬ ਦੇਵਾਂਗੇ? ਆਉਣ ਵਾਲੀਆਂ ਨਸਲਾਂ ਨੂੰ ਕੀ ਦੱਸਾਂਗੇ ਕਿ ਸਾਡਾ ਗੁਰੂ ਗਲੀਆਂ 'ਚ ਰੁਲਿਆ ਗਿਆ ਤੇ ਅਸੀਂ ਘਰਾਂ 'ਚ ਬੈਠੇ ਰਹੇ? ਸਾਡਾ ਅੱਜ ਉਹ ਦਿਨ ਚੱਲ ਰਹੇ ਆ, ਸ਼ਹੀਦੀ ਦਿਹਾੜੇ ਉਹ ਚੱਲ ਰਹੇ ਆ ਜਿਹੜੇ ਗੁਰੂ ਦੀ ਖਾਤਰ ਅਸੀਂ ਚਾਹੁੰਦੇ ਆ। ਉਹਦੇ ਬੱਚੇ, ਸਾਡੇ ਬਾਬੇ ਅੱਜ ਦੇ ਦਿਨਾਂ ਦੇ ਵਿੱਚ ਸ਼ਹੀਦ ਕੀਤੇ ਗਏ, ਸ਼ਹੀਦੀ ਦਿਹਾੜੇ ਚੱਲ ਰਹੇ ਆ। ਉਹ ਠੰਡਾਂ ਦੇ ਵਿੱਚ ਉਹਨਾਂ ਨੇ ਆਪਣਾ ਪਰਿਵਾਰ ਵਿਛੋੜਾ ਪਿਆ ਉਹਨਾਂ ਦਾ, ਸਰਸਾ ਨਦੀ ਦਾ ਜਿਹੜਾ। ਤੇ ਅਸੀਂ ਆਪਣੇ ਗੁਰੂ ਦੀ ਖਾਤਰ ਇੰਨਾ ਵੀ ਨਹੀਂ ਕਰ ਸਕਦੇ, ਅਸੀਂ ਏਕਾ ਵੀ ਨਹੀਂ ਕਰ ਸਕਦੇ। ਸਾਨੂੰ ਏਕਾ ਕਰਨਾ ਪਊਗਾ, ਸਾਨੂੰ ਇਕੱਠੇ ਹੋਣਾ ਪਊਗਾ, ਜਿਹਦੇ ਨਾਲ ਅਸੀਂ ਬੇਅਦਬੀਆਂ ਨੂੰ ਰੋਕਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਬੇਅਦਬੀ ਜਿਹੜੇ ਕਰਕੇ ਗਏ ਆ ਜਾਂ ਕਰਨ ਦੀ ਸੋਚਣਗੇ, ਉਹਨਾਂ ਨੂੰ ਸਖਤ ਸਜ਼ਾਵਾਂ ਜੇ ਹੁਣ ਮਿਲ ਗਈਆਂ ਤਾਂ ਜਾ ਕੇ ਠੱਲ ਪਊਗੀ। ਤੇ ਜਿਹੜੇ ਗੁੰਡਾ ਅਨਸਰ ਕਹੀਏ ਪੁਲਿਸ ਦੀ ਵਰਦੀ ਦੇ ਵਿੱਚ ਇਹ ਘਟਨਾਕ੍ਰਮ ਨੂੰ ਇਲਜ਼ਾਮ ਦਿੰਦੇ ਆ, ਪੀਸਫੁਲ ਪ੍ਰੋਟੈਸਟ ਨੂੰ, ਉਹਨਾਂ ਤੇ ਵੀ ਜੇ ਸਖਤ ਕਾਰਵਾਈਆਂ ਹੋਣਗੀਆਂ ਤਾਂ ਇਹਨਾਂ 'ਚ ਵੀ ਸੁਧਾਰ ਆਊਗਾ। ਬਲਜੀਤ ਸਿੰਘ ਦਾਦੂਵਾਲ ਜੀ ਆਏ ਸੀ ਤੁਹਾਡੇ ਕੋਲ ਅੱਜ। ਪਿਛਲੇ ਮੋਰਚੇ 'ਚ ਵੀ ਬੜੀ ਸ਼ਮੂਲੀਅਤ ਰਹੀ ਹੈ ਉਹਨਾਂ ਦੀ, ਬੜੀ ਪ੍ਰਾਪਤੀਆਂ ਰਹੀਆਂ ਨੇ ਉਹਨਾਂ ਦੀਆਂ, ਕਾਫੀ ਪ੍ਰੈਸ਼ਰ ਵੀ ਬਿਲਟ ਹੋਇਆ ਉਸ ਟਾਈਮ ਤੇ। ਅੱਜ ਦੀ ਗੱਲਬਾਤ ਕਿਸ ਤਰੀਕੇ ਦੀ ਰਹੀ ਹੈ? ਦੇਖੋ ਜੀ, ਸੰਗਤਾਂ ਦਾ ਪਰਸੋਂ ਰੋਜ਼ ਤੋਂ ਲੈ ਕੇ ਜਦੋਂ ਤੋਂ ਮੋਰਚੇ ਤੇ ਬੈਠੇ ਆ, ਵਾਹਿਗੁਰੂ ਦੀ ਕਿਰਪਾ ਇੰਨੀ ਕੁ ਕਿ ਸੰਗਤਾਂ ਦਾ ਅਥਾਹ ਪਿਆਰ ਮਿਲ ਰਿਹਾ। ਲੋਕ ਬੇਅਦਬੀ ਦਰਦ ਨਾਲ ਭਰੇ ਪਏ ਆ, ਉਹ ਚਾਹੁੰਦੇ ਆ ਵੀ ਇਕੱਠੇ ਹੋਈਏ। ਅਸੀਂ, ਜੇ ਤੁਸੀਂ ਕਹਿੰਦੇ ਦਾਦੂਵਾਲ ਸਾਹਿਬ ਆਏ ਸੀ, ਉਹਨਾਂ ਨੇ ਸਮਰਥਨ ਕੀਤਾ, ਕਹਿੰਦੇ ਸਾਨੂੰ ਜਿੱਥੇ ਆਵਾਜ਼ ਮਾਰੋਗੇ ਅਸੀਂ ਨਾਲ ਹੋਵਾਂਗੇ। ਸੋ ਇਸੇ ਤਰ੍ਹਾਂ ਸਾਰੇ ਪਿਆਰ ਬਖਸ਼ ਰਹੇ ਆ, ਸਾਰੇ ਇਕੱਠੇ ਹੋ ਰਹੇ ਆ। ਵਾਹਿਗੁਰੂ ਕਿਰਪਾ ਕਰਨ, ਕਿਸੇ ਦਿਨ ਪ੍ਰੋਗਰਾਮ ਰੱਖਾਂਗੇ ਤਾਂ ਜਿਹੜਾ ਅਗਲੀ ਰਣਨੀਤੀ ਆ ਬਣਾਈ ਜਾਊਗੀ। 2 ਸਾਫ਼ ਜੀਆਂ ਮੰਗਾਂ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਤੇ ਗੋਲੀकांड ਕਰਨ ਵਾਲੇ ਪੁਲਿਸ ਵਾਲਿਆਂ ਤੇ ਕਾਰਵਾਈ। ਸਰਕਾਰਾਂ ਇਹ ਕਦੋਂ ਕਰਦੀਆਂ ਇਹ ਸੰਗਤਾਂ ਨੇ ਦੱਸਣਾ। ਹੁਣ ਸੰਗਤਾਂ ਦਾ ਇਕੱਠ ਹੀ ਦੱਸੂਗਾ, ਸੰਗਤਾਂ ਦਾ ਇੱਕ ਹੀ ਦੱਸੂਗਾ ਵੀ ਕਦੋਂ ਇਹ ਇਨਸਾਫ ਸਾਨੂੰ ਮਿਲਣਾ। ਜੀ ਬਿਲਕੁਲ, ਤਾਂ ਇਹ ਸੁਖਰਾਜ ਜੀ ਨੇ ਜੋ ਕਿ ਇੱਥੇ ਬੈਠੇ ਹੋਏ ਨੇ। ਦੂਜੇ ਪਾਸੇ ਹੋਰ ਪਰਿਵਾਰ ਦੇ ਸਾਥੀ ਜੋ ਨੇ ਉਹ ਬੈਠੇ ਹੋਏ ਨੇ। ਬਲਜੀਤ ਸਿੰਘ ਦਾਦੂਵਾਲ ਜੀ ਅੱਜ ਇੱਥੇ ਪਹੁੰਚੇ ਸੀਗੇ, ਗੱਲਬਾਤ ਕੀਤੀ ਹੈ ਤਾਂ ਉਹਨਾਂ ਵੱਲੋਂ ਵੀ ਸਮਰਥਨ ਦੇਣ ਦੀ ਗੱਲ ਇਹਨਾਂ ਨੂੰ ਕਹੀ ਗਈ ਹੈ ਕਿ ਜਦੋਂ ਵੀ ਆਵਾਜ਼ ਮਾਰੋਗੇ ਉਹ ਲੋਕ ਇੱਥੇ ਹਾਜ਼ਰ ਹੋਣਗੇ। ਫਿਲਹਾਲ ਦੀ ਗੱਲ ਕਰੀਏ ਤਾਂ ਇਹ ਲੋਕ ਬੈਠੇ ਨੇ, ਪਰ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਸਰਕਾਰ ਵੱਲੋਂ ਹੁਣ ਤੱਕ ਕੋਸ਼ਿਸ਼ ਕੋਈ ਨਹੀਂ ਕੀਤੀ ਗਈ ਹੈ ਕਿ ਇਹਨਾਂ ਤੱਕ ਪਹੁੰਚ ਕੀਤੀ ਜਾਵੇ ਮੁੜ ਤੋਂ, ਕਿਉਂਕਿ ਪਰਿਵਾਰ ਨੂੰ ਖੁਦ ਸਾਹਮਣੇ ਆਉਣਾ ਪਿਆ ਹੈ ਅਤੇ ਮੁੜ ਤੋਂ ਬਰਗਾੜੀ ਮੋਰਚਾ ਜੋ ਲੱਗਿਆ ਸੀਗਾ ਉਸੇ ਤਰੀਕੇ ਦਾ ਮੋਰਚਾ ਜਿਹੜਾ ਹੈ ਉਹ ਲੱਗਣ ਦੀ ਇੱਥੋਂ ਉਮੀਦ ਜਤਾਈ ਜਾ ਰਹੀ ਹੈ। ਫਿਲਹਾਲ ਦੀ ਗੱਲ ਕਰੀਏ, ਸਰਕਾਰਾਂ ਵੱਲੋਂ ਸੋਚਣਾ ਪਵੇਗਾ ਕਿ ਆਖਿਰਕਾਰ ਇਹਨਾਂ ਮਸਲਿਆਂ ਦਾ ਹੱਲ ਕਿਸ ਤਰੀਕੇ ਨਾਲ ਕਰਨਾ ਹੈ। ਬਹਿਬਲ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ।
ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ। ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ, ਪੱਕਾ ਹੱਲ, 101% ਦੀ ਗਾਰੰਟੀ। ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।